Kanchan Outlook। ਕੋਈ ਕੰਮ ਕਰਨ ਦੇ ਲਈ ਤੁਰਨ ਲੱਗੀਏ ਤੇ ਕੋਈ ਛਿੱਕ ਮਾਰ ਦੇਵੇ, ਅਸੀਂ ਕਹਿੰਦੇ ਹਾਂ ਅਪਸ਼ਗਨ ਹੋ ਗਿਆ, ਰੁਕ ਜਾਓ। ਬਿੱਲੀ ਰਸਤਾ ਕੱਟ ਜਾਏ, ਕਹਿੰਦੇ ਅਪਸ਼ਗਨ ਹੋ ਗਿਆ, ਰੁਕ ਜਾਓ। ਕੋਈ ਚੰਗਾ ਕੰਮ ਕਰਨ ਚੱਲੇ ਹੋ, ਦਹੀਂ ਦੇ ਵਿੱਚ ਖੰਡ ਪਾ ਕੇ ਖਾ ਲਵੋ ਜਾਣ ਤੋਂ ਪਹਿਲਾਂ, ਘਰੋਂ ਤੁਰਨ ਤੋਂ ਪਹਿਲਾਂ, ਚੰਗਾ ਸ਼ਗਨ ਹੁੰਦਾ। ਇੰਜ ਦੇ ਅਨੇਕਾਂ ਹੀ ਸ਼ਗਨ ਤੇ ਅਪਸ਼ਗਨ ਸਾਡੇ ਸਮਾਜ ਦੇ ਵਿੱਚ ਮੰਨੇ ਜਾਂਦੇ ਨੇ, ਕਾਫੀ ਭਾਰੂ ਨੇ ਸਾਡੇ ਲੋਕਾਂ ਦੀ ਸੋਚ ਦੇ ਉੱਪਰ। ਗੁਰੂ ਸਾਹਿਬ, ਗੁਰੂ ਅਰਜਨ ਸਾਹਿਬ ਸਾਨੂੰ ਦੱਸਦੇ ਨੇ ਇਹ ਸ਼ਗਨ ਅਪਸ਼ਗਨ ਦਾ ਜੋ ਵਰਤਾਰਾ ਹੈ ਇਹ ਕਿਹੜੇ ਲੋਕਾਂ ਦੇ ਮਨਾਂ ਦੇ ਉੱਪਰ ਭਾਰੂ ਹੁੰਦਾ ਹੈ ਤੇ ਅਸੀਂ ਉਹ ਲੋਕ ਬਣਨ ਤੋਂ ਕਿਵੇਂ ਬਚਣਾ ਹੈ। ਦੂਸਰੀ ਗੱਲ, ਗੁਰੂ ਸਾਹਿਬ ਆਪਣੀ ਦਸ਼ਾ ਦੱਸਦੇ ਨੇ ਕਿ ਉਹ ਕਿਸ ਵਕਤ ਤੇ ਕਿਸ ਕਿਸ ਸਥਿਤੀ ਦੇ ਵਿੱਚ ਪਰਮਾਤਮਾ ਦਾ ਨਾਮ ਜਪਦੇ ਨੇ। ਅੱਜ ਦੇ ਅੰਗ ਦੀ ਬਾਣੀ ਦੇ ਵਿੱਚੋਂ ਸਾਨੂੰ ਇਹ ਦੋ ਗੱਲਾਂ ਪ੍ਰਮੁੱਖ ਤੌਰ ਤੇ ਸਿੱਖਣ ਨੂੰ ਮਿਲਣਗੀਆਂ। ਗੁਰੂ ਦੀ ਬਾਣੀ ਨੂੰ ਤੁਹਾਡਾ ਸਾਥ ਮਿਲਣਾ ਸ਼ਲਾਘਾਯੋਗ ਹੈ। ਆਪਣਾ ਇਹ ਹੁੰਗਾਰਾ ਇਸੇ ਤਰ੍ਹਾਂ ਹੀ ਭਰਦੇ ਰਹੋ, ਬਾਣੀ ਦੇ ਨਾਲ ਜੁੜੇ ਰਹੋ ਤੇ ਵੱਧ ਤੋਂ ਵੱਧ ਲੋਕਾਂ ਨੂੰ ਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ। ਵੀਡੀਓ ਚੰਗੀ ਲੱਗੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ। ਹੁਣ ਸ਼ੁਰੂਆਤ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 401ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ। ਆਸਾ ਮਹਿਲਾ ਪੰਜਵਾਂ। ਸੂਖ ਸਹਿਜ ਆਨੰਦ ਘਣਾ, ਹਰ ਕੀਰਤਨ ਗਾਓ, ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ। ਗੁਰੂ ਸਾਹਿਬ ਕਹਿੰਦੇ ਗੁਰੂ ਨੇ ਮੈਨੂੰ ਉਹ ਹਰੀ ਨਾਮ ਦੇ ਕੇ ਜਿਹੜਾ ਨਾਮ ਉਹ ਆਪ ਜਪਦਾ ਹੈ। ਆਪਣਾ ਨਾਮ ਤੋਂ ਭਾਵ ਕਿ ਜਿਹੜਾ ਨਾਮ ਗੁਰੂ ਆਪ ਜਪਦਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਮੇਰੇ ਗੁਰੂ ਨੇ ਉਹ ਨਾਮ ਮੈਨੂੰ ਦੇ ਕੇ ਮੇਰੇ ਸਾਰੇ ਹੀ ਗ੍ਰਹਿਆਂ ਦੇ ਜੋ ਕਸ਼ਟ ਸੀ ਉਹ ਨਿਵਾਰ ਦਿੱਤੇ। ਗ੍ਰਹਿਆਂ ਦੇ ਕਸ਼ਟ, ਹਿੰਦੂ ਮਤ ਦੇ ਵਿੱਚ ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਤੇਰੇ ਤੇ ਫਲਾਨਾ ਗ੍ਰਹਿ ਭਾਰੂ ਹੈ, ਧਿਉਂਕਾ ਗ੍ਰਹਿ ਭਾਰੂ ਹੈ। ਤਾਂ ਗੁਰੂ ਸਾਹਿਬ ਕਹਿੰਦੇ ਮੇਰੇ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਬਖਸ਼ ਕੇ ਮੇਰੇ ਸਾਰੇ ਹੀ ਗ੍ਰਹਿਆਂ ਦੀਆਂ ਮੁਸੀਬਤਾਂ ਜੋ ਨੇ ਉਹ ਦੂਰ ਕਰ ਦਿੱਤੀਆਂ। ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ, ਸੂਖ ਸਹਿਜ ਆਨੰਦ ਘਣਾ, ਹਰ ਕੀਰਤਨ ਗਾਓ। ਜਦੋਂ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਗਾਉਂਦੇ ਹਾਂ ਤਾਂ ਸਾਡੇ ਹਿਰਦੇ ਵਿੱਚ ਅਤਿਅੰਤ ਸੁੱਖ, ਆਨੰਦ ਤੇ ਟਿਕਾਊ ਜਾਣੀ ਸਹਿਜ ਪੈਦਾ ਹੋ ਜਾਂਦਾ ਹੈ। ਬਲਿਹਾਰੀ ਗੁਰ ਆਪਣੇ ਸਦ ਸਦ ਬਲ ਜਾਓ, ਗੁਰੂ ਵਿਟੋਂ ਹਉ ਵਾਰਿਆ, ਜਿਸ ਮਿਲ ਸੱਚ ਸੁਆਓ ਰਹਾਓ। ਇਹ ਭਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਹੀ ਸਦਕੇ ਜਾਂਦਾ ਹਾਂ। ਮੈਂ ਆਪਣੇ ਗੁਰੂ ਤੋਂ ਵਾਰਨੇ ਜਾਂਦਾ ਹਾਂ ਕਿਉਂਕਿ ਉਸ ਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੇ ਸਦਾ ਥਿਰ ਨਾਮ ਦੀ ਜਗ੍ਹਾ ਆਪਣੇ ਜੀਵਨ ਦੇ ਵਿੱਚ ਬਣਾਈ। ਨਾਮ ਸਿਮਰ ਕੇ ਮੈਂ ਆਪਣੀ ਜ਼ਿੰਦਗੀ ਦਾ ਮਨੋਰਥ ਜਾਣਿਆ। ਤੇ ਹੁਣ ਗੱਲ ਸ਼ਗਨਾਂ ਤੇ ਅਪਸ਼ਗਨਾਂ ਦੀ। ਗੁਰੂ ਸਾਹਿਬ ਕਹਿੰਦੇ ਸ਼ਗਨ ਅਪਸ਼ਗਨ ਤਿਸ ਕੋ ਲੱਗੈ, ਜਿਸ ਚੀਤ ਨਾ ਆਵੈ, ਤਿਸ ਜਮ ਨੇੜ ਨਾ ਆਵਈ, ਜੋ ਹਰ ਪ੍ਰਭ ਭਾਵੈ। ਚੰਗੇ ਮੰਦੇ ਸ਼ਗਨਾਂ ਦੇ ਸਹਿਮ ਹੀ ਹੁੰਦੇ ਨੇ, ਡਰ ਹੀ ਹੁੰਦੇ ਨੇ। ਅਪਸ਼ਗਨਾਂ ਤੋਂ ਮਨੁੱਖ ਡਰਦਾ ਹੈ ਤੇ ਕੁਝ ਮਾੜਾ ਨਾ ਹੋ ਜਾਵੇ, ਇਸੇ ਲਈ ਚੰਗੇ ਸ਼ਗਨ ਉਹ ਕਰਦਾ ਹੈ। ਦੋਨਾਂ ਹੀ ਹਾਲਾਤਾਂ ਦੇ ਵਿੱਚ ਡਰ ਹੈ ਤੇ ਗੁਰੂ ਸਾਹਿਬ ਕਹਿੰਦੇ ਇਹ ਡਰ, ਸ਼ਗਨ ਅਪਸ਼ਗਨ ਦਾ ਜੋ ਡਰ ਹੈ ਉਹਨਾਂ ਨੂੰ ਲੱਗਦਾ ਹੈ, ਤਿਸ ਕੋ ਲੱਗੈ, ਜਿਸ ਚੀਤ ਨਾ ਆਵੈ, ਜਿਨ੍ਹਾਂ ਦੇ ਚੇਤਿਆਂ ਦੇ ਵਿੱਚ ਪ੍ਰਮਾਤਮਾ ਨਹੀਂ ਵਸਦਾ, ਜਿਨ੍ਹਾਂ ਦੇ ਹਿਰਦੇ ਪ੍ਰਮਾਤਮਾ ਦੀ ਯਾਦ ਤੋਂ ਬੜੇ ਦੂਰ ਨੇ, ਉਹਨਾਂ ਨੂੰ ਇਹ ਡਰ ਚੱਪੜਦਾ ਹੈ। ਪਰ ਜਿਹੜਾ ਮਨੁੱਖ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜ ਕੇ ਤੇ ਉਸ ਪ੍ਰਮਾਤਮਾ ਨੂੰ ਪਿਆਰਾ ਲੱਗਣ ਲੱਗ ਜਾਏ, ਜਮਦੂਤ ਉਹਦੇ ਨੇੜੇ ਵੀ ਨਹੀਂ ਟੁੱਕਦਾ। ਤਿਸ ਜਮ ਨੇੜ ਨਾ ਆਵਈ, ਜੋ ਹਰ ਪ੍ਰਭ ਭਾਵੈ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ। ਇਹ ਮਿੱਥੇ ਹੋਏ ਧਾਰਮਿਕ ਕਾਰਜ ਜਾਂ ਮਿੱਥੇ ਹੋਏ ਉੱਤਮ ਕੰਮ, ਪੁੰਨ ਦਾਨ ਕਰਨਾ, ਜਪ ਕਰਨਾ, ਤਪ ਕਰਨਾ। ਗੁਰੂ ਸਾਹਿਬ ਕਹਿੰਦੇ ਸਭ ਉਪਰ ਨਾਮ, ਜੋ ਪ੍ਰਮਾਤਮਾ ਦਾ ਨਾਮ ਜਪਣਾ ਹੈ ਇਹਨਾਂ ਸਾਰਿਆਂ ਤੋਂ ਹੀ ਉੱਤੇ ਹੈ। ਹਰ ਹਰ ਰਸਨਾ ਜੋ ਜਪੈ, ਤਿਸ ਪੂਰਨ ਕਾਮ,
ਆਪਣੀ ਰਸਨਾ ਦੇ ਨਾਲ, ਆਪਣੀ ਜੀਵ ਦੇ ਨਾਲ ਉਸ ਹਰੀ ਪ੍ਰਮਾਤਮਾ ਦਾ ਨਾਮ ਜੋ ਵੀ ਜਪਦਾ ਹੈ ਉਹਦਾ ਜੀਵਨ ਮਨੋਰਥ ਸਫਲ ਹੋ ਜਾਂਦਾ ਹੈ। ਭੈ ਬਿਨਸੇ ਭ੍ਰਮ ਮੋਹ ਗਏ, ਕੋ ਦਿਸੈ ਨਾ ਬੀਆ। ਉਹਦੇ ਹਰ ਪ੍ਰਕਾਰ ਦੇ ਡਰ, ਹਰ ਪ੍ਰਕਾਰ ਦੇ ਭਰਮ, ਹਰ ਵਸਤ ਦੇ ਨਾਲ ਉਹਦਾ ਮੋਹ ਦੂਰ ਹੋ ਜਾਂਦਾ ਹੈ, ਬਿਨਸ ਜਾਂਦਾ ਹੈ। ਉਹਨੂੰ ਕੋਈ ਵੀ ਫਿਰ ਬੇਗਾਨਾ ਨਹੀਂ ਲੱਗਦਾ। ਬੀਆ ਤੋਂ ਭਾਵ ਦੂਜਾ, ਓਪਰਾ, ਬੇਗਾਨਾ। ਕੋ ਦਿਸੈ ਨਾ ਬੀਆ, ਉਹਨੂੰ ਕੋਈ ਵੀ ਬੇਗਾਨਾ ਨਹੀਂ ਲੱਗਦਾ, ਸਾਰੇ ਆਪਣੇ ਆਪਣੇ ਹੀ ਲੱਗਦੇ ਨੇ। ਨਾਨਕ ਰਾਖੇ ਪਾਰ ਬ੍ਰਹਮ, ਫਿਰ ਦੂਖ ਨਾ ਥੀਆ। ਇਹ ਭਾਈ, ਜਿਨ੍ਹਾਂ ਮਨੁੱਖਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ, ਉਹਨਾਂ ਨੂੰ ਮੁੜ ਕੋਈ ਦੁੱਖ ਨਹੀਂ ਵਿਆਪਦਾ। ਉਹ ਸੌਖੇ ਹੋ ਜਾਂਦੇ ਨੇ, ਸੁਖੀ ਹੋ ਜਾਂਦੇ ਨੇ। ਆਸਾ ਘਰ ਨੌਵਾਂ ਮਹਿਲਾ ਪੰਚਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਚਿਤ ਬਹੁ ਚਿਤ ਸਰਬ ਸੁਖ ਪਾਵੋ, ਆਗੈ ਭਾਵੋ ਕੇ ਨਾ ਭਾਵ। ਹੇ ਭਾਈ, ਮੈਂ ਸਦਾ ਹੀ ਚਾਹੁੰਦਾ ਤਾਂ ਹਾਂ ਕਿ ਪਰਮਾਤਮਾ ਦਾ ਸਿਮਰਨ ਕਰਕੇ ਉਸ ਪਰਮਾਤਮਾ ਪਾਸੋਂ ਸਾਰੇ ਸੁੱਖ ਹਾਸਲ ਕਰ ਲਵਾਂ, ਪਰ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਮੇਰੀ ਇਸ ਤਾਂਘ ਦੇ ਕਰਕੇ ਆਗੈ ਭਾਵੋ ਕਿ ਨਾ ਭਾਵੋ, ਮੈਂ ਪਰਮਾਤਮਾ ਨੂੰ ਚੰਗਾ ਲੱਗਾਂਗਾ ਜਾਂ ਨਹੀਂ। ਮੇਰੇ ਦਿਲ ਵਿੱਚ ਤਾਂਘ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਕਰਾਂ, ਪਰ ਜ਼ਰੂਰੀ ਨਹੀਂ ਕਿ ਇਸ ਤਾਂਘ ਦੇ ਕਰਕੇ ਮੈਂ ਪਰਮਾਤਮਾ ਨੂੰ ਚੰਗਾ ਲੱਗਾ ਹੀ ਲੱਗਾ। ਪਰਮਾਤਮਾ ਦੀ ਆਪਣੀ ਮਰਜ਼ੀ 'ਤੇ ਨਿਰਭਰ ਕਰਦਾ ਹੈ ਕਿ ਮੈਂ ਉਹਨੂੰ ਚੰਗਾ ਲੱਗਦਾ ਹਾਂ ਕਿ ਨਹੀਂ। ਅਤੇ ਗੁਰੂ ਸਾਹਿਬ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਨੇ ਕਿ ਆਗੈ ਭਾਵੋ ਕਿ ਨਾ ਭਾਵੋ, ਕਿ ਮੈਨੂੰ ਨਹੀਂ ਪਤਾ ਕਿ ਮੇਰੀ ਇਸ ਤਾਂਘ ਦੇ ਕਰਕੇ ਮੈਂ ਪਰਮਾਤਮਾ ਨੂੰ ਭਾਵਾਂਗਾ ਜਾਂ ਨਹੀਂ ਭਾਵਾਂਗਾ। ਏਕ ਦਾਤਾਰ ਸਗਲ ਹੈ ਜਾਚਕ, ਦੂਸਰ ਕੈ ਪੈ ਜਾਵੋ। ਕਹਿੰਦੇ ਕਿਸੇ ਵੀ ਪ੍ਰਕਾਰ ਦੀ ਸੁੱਖ ਮੰਗਣ ਵਾਸਤੇ ਮੈਂ ਕਿਸੇ ਦੂਜੇ ਦਰ 'ਤੇ ਕਿਉਂ ਜਾਵਾਂ, ਕਿਸੇ ਦੂਜੇ ਦੇ ਪਾਸ, ਕਿਹਦੇ ਪਾਸ ਮੈਂ ਜਾਵਾਂ? ਕਿਉਂਕਿ ਗੱਲ ਇਹ ਹੈ, ਏਕ ਦਾਤਾਰ, ਦਾਤਾਂ ਦੇਣ ਵਾਲਾ ਸਿਰਫ ਤੇ ਸਿਰਫ ਇੱਕ ਪਰਮਾਤਮਾ ਹੈ। ਸਗਲ ਹੈ ਜਾਚਕ, ਤੇ ਸਾਰੀ ਹੀ ਸ੍ਰਿਸ਼ਟੀ ਉਹਦੇ ਤੋਂ ਦਾਤਾਂ ਮੰਗਣ ਵਾਲੀ ਹੈ। ਮੰਗਣ ਵਾਲੀ ਸਾਰੀ ਸ੍ਰਿਸ਼ਟੀ ਹੈ, ਦੇਣ ਵਾਲਾ ਸਿਰਫ ਇੱਕ ਪਰਮਾਤਮਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਉਹਨੂੰ ਛੱਡ ਕੇ ਮੈਂ ਹੋਰ ਕਿਸੇ ਦੂਜੇ ਕੋਲੇ ਜਾਵਾਂ ਤੇ ਕਿਹਦੇ ਕੋਲੇ ਜਾਵਾਂ? ਕੋਈ ਦੂਜਾ ਹੈ ਹੀ ਨਹੀਂ ਜੋ ਦਾਤਾਂ ਦੇਣ ਦੀ ਸਮਰੱਥਾ ਰੱਖਦਾ ਹੋਵੇ। ਹਉ ਮੰਗੋ ਆਨ ਲਜਾਵੋ। ਕਹਿੰਦੇ ਜੇਕਰ ਮੈਂ ਕਿਸੇ ਦੂਸਰੇ ਪਾਸੋਂ ਕੁਝ ਮੰਗਦਾ ਹਾਂ ਤਾਂ ਸ਼ਰਮਾਂਦਾ ਹਾਂ, ਕਿਉਂਕਿ ਸਗਲ ਛਤਰਪਤ ਏਕੋ ਠਾਕੁਰ, ਕੌਣ ਸੰਸਰ ਲਾਵੋ ਰਹਾਓ। ਇੱਕ ਮਾਲਕ ਪ੍ਰਭੂ ਹੀ ਸਭ ਜੀਵਾਂ ਦਾ ਰਾਜਾ ਹੈ। ਮੈਂ ਕਿਸੇ ਹੋਰ ਨੂੰ ਉਸਦੇ ਬਰਾਬਰ ਦਾ ਖਿਆਲ ਨਹੀਂ ਕਰ ਸਕਦਾ। ਕੌਣ ਸੰਸਰ ਲਾਵੋ, ਕਿ ਕਿਹਨੂੰ ਉਹਦੇ ਬਰਾਬਰ ਦਾ ਮੈਂ ਸਮਝਾਂ। ਗੁਰੂ ਸਾਹਿਬ ਕਹਿੰਦੇ ਮੈਂ ਇਹ ਕੰਮ ਨਹੀਂ ਕਰ ਸਕਦਾ। ਮੈਂ ਪਰਮਾਤਮਾ ਦੇ ਬਰਾਬਰ ਕਿਸੇ ਦੂਸਰੇ ਨੂੰ ਨਹੀਂ ਮੰਨ ਸਕਦਾ। ਉੱਠੋ ਬੈਸੋ ਰਹਿ ਵੀ ਨਾ ਸਾਕੋ, ਦਰਸ਼ਨ ਖੋਜ ਖੁਜਾਵੋ। ਪਰਮਾਤਮਾ ਨੂੰ ਲੱਭਣ ਦੇ ਲਈ, ਪਰਮਾਤਮਾ ਦਾ ਦਰਸ਼ਨ ਹਾਸਲ ਕਰਨ ਦੇ ਲਈ, ਪਰਮਾਤਮਾ ਦੇ ਦਰਸ਼ਨਾਂ ਦੀ ਖੋਜ ਦੇ ਲਈ ਕਹਿੰਦੇ ਮੈਂ ਉੱਠਦਾ ਹਾਂ, ਹੰਬਲਾ ਮਾਰਦਾ ਹਾਂ, ਫਿਰ ਬੈਠ ਜਾਂਦਾ ਹਾਂ, ਪਰ ਦਰਸ਼ਨਾਂ ਤੋਂ ਬਿਨਾਂ ਰਹਿ ਵੀ ਨਹੀਂ ਸਕਦਾ। ਉੱਠੋ ਬੈਸੋ ਰਹਿ ਵੀ ਨਾ ਸਾਕੋ, ਦਰਸ਼ਨ ਖੋਜ ਖੁਜਾਵੋ। ਮੁੜ ਖੋਜ ਖੋਜ ਕੇ ਦਰਸ਼ਨ ਭਾਲਦਾ ਹਾਂ। ਤੇ ਨਾਲ ਹੀ ਕਹਿੰਦੇ ਮੈਂ ਕਿਹਦਾ ਵਿਚਾਰਾਂ, ਬ੍ਰਹਮਾਦਿਕ ਸਨਕਾਦਿਕ, ਸਨਕ ਸਨੰਦਨ ਸਨਾਤਨ ਸਨਤ ਕੁਮਾਰ, ਤਿਨ ਕੋ ਮਹਿਲ ਦੁਲ ਭਾਵੋ। ਕਹਿੰਦੇ ਮੈਂ ਤੇ ਹੁੰਦਾ ਹੀ ਕੌਣ ਆ? ਪਰਮਾਤਮਾ ਦਾ ਟਿਕਾਣਾ ਤਾਂ ਉਹਨਾਂ ਵਾਸਤੇ ਵੀ ਦੁਰਲੱਭ ਹੀ ਰਿਹਾ ਜੋ ਬ੍ਰਹਮਾ ਵਰਗੇ ਵੱਡੇ ਵੱਡੇ ਦੇਵਤੇ ਮੰਨੇ ਗਏ, ਜੋ ਸਨਕ ਵਰਗੇ, ਸਨਕ ਸਨੰਦਨ ਸਨਾਤਨ ਸੰਤ ਕੁਮਾਰ ਬ੍ਰਹਮਾ ਦੇ ਪੁੱਤਰ ਅਖਵਾਏ। ਪਰਮਾਤਮਾ ਦੇ ਨਾਮ ਦਾ ਟਿਕਾਣਾ ਤਾਂ ਉਹਨਾਂ ਲਈ ਵੀ ਦੁਰਲੱਭ ਹੀ ਰਿਹਾ। ਤਾਂ ਗੁਰੂ ਸਾਹਿਬ ਕਹਿੰਦੇ ਮੈਂ ਕਿਹਦਾ ਵਿਚਾਰਾਂ, ਪਰ ਕੋਸ਼ਿਸ਼ ਕਰਦਾ, ਹੰਬਲਾ ਮਾਰਦਾ। ਅਗੰਮ ਅਗੰਮ ਅਗਾਧ ਬੋਧ, ਕੀਮਤ ਪਰੈ ਨਾ ਪਾਵੋ, ਤਾਂ ਕੀ ਸ਼ਰਨ ਸਤਿਪੁਰਖ ਕੀ, ਸਤਿਗੁਰ ਪੁਰਖ ਧਿਆ। ਪਰਮਾਤਮਾ ਅਗੰਮ ਹੈ, ਅਪਹੁੰਚ ਹੈ, ਜੀਵਾਂ ਦੀ ਪਹੁੰਚ ਤੋਂ ਪਰੇ ਹੈ। ਇੱਕ ਅਥਾਹ ਸਮੁੰਦਰ ਹੈ ਜਿਹਦੀ ਡੂੰਘਾਈ ਦੀ ਸੂਝ ਨਹੀਂ ਪੈ ਸਕਦੀ। ਕੀਮਤ ਪਰੈ, ਉਸ ਪਰਮਾਤਮਾ ਦੀ ਕੀਮਤ ਨਹੀਂ ਪੈ ਸਕਦੀ। ਨਾ ਪਾਵੋ,
ਤੇ ਗੁਰੂ ਸਾਹਿਬ ਕਹਿੰਦੇ ਮੈਂ ਵੀ ਕੋਸ਼ਿਸ਼ ਨਹੀਂ ਕਰਦਾ ਉਸ ਪਰਮਾਤਮਾ ਦਾ ਮੁੱਲ ਪਾਉਣ ਦੀ। ਤਾਕੀ ਸ਼ਰਨ ਸਤਿਪੁਰਖ ਕੀ, ਇਹ ਭਾਈ ਉਸ ਪਰਮਾਤਮਾ ਦੇ ਦਰਸ਼ਨ ਦੀ ਖਾਤਰ ਮੈਂ ਗੁਰੂ ਮਹਾਂਪੁਰਖ ਦੀ ਸ਼ਰਨ ਤੱਕੀ ਹੈ। ਸਤਿਗੁਰ ਪੁਰਖ ਧਿਆਵੋ, ਤੇ ਮੈਂ ਸਤਿਗੁਰੂ ਦਾ ਆਰਾਧਨ ਕਰਦਾ ਹਾਂ। ਭਇਓ ਕਿਰਪਾਲ ਦਇਆਲ ਪ੍ਰਭ ਠਾਕੁਰ, ਕਾਟਿਓ ਬੰਧ ਕਰਾਵੋ, ਕਉ ਨਾਨਕ ਜੋ ਸਾਧ ਸੰਗ ਪਾਇਓ, ਤਉ ਫਿਰ ਜਨਮ ਨਾ ਆਵੋ। ਹੇ ਭਾਈ, ਜਿਸ ਮਨੁੱਖ ਉੱਤੇ ਠਾਕੁਰ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟ ਦਿੰਦਾ ਹੈ। ਹੇ ਨਾਨਕ, ਆਖ ਜੇ ਮੈਨੂੰ ਸਾਧ ਸੰਗਤ ਪ੍ਰਾਪਤ ਹੋ ਜਾਏ, ਤਦੋਂ ਹੀ ਮੈਂ ਮੁੜ ਮੁੜ ਜਨਮ ਵਿੱਚ ਨਹੀਂ ਆਵਾਂਗਾ, ਜਨਮ ਮਰਨ ਦੇ ਗੇੜ ਤੋਂ ਬਚ ਜਾਵਾਂਗਾ। ਆਸਾ ਮਹਿਲਾ ਪੰਜਵਾਂ। ਅੰਤਰ ਗਾਵੋ ਬਾਹਰ ਗਾਵੋ, ਗਾਵੋ ਜਾਗ ਸਵਾਰੀ। ਗੁਰੂ ਸਾਹਿਬ ਕਹਿੰਦੇ ਮੈਂ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਗੁਣ ਗਾਉਂਦਾ ਹਾਂ, ਆਪਣੇ ਅੰਦਰ ਪ੍ਰਮਾਤਮਾ ਦੇ ਗੁਣ ਗਾਉਂਦਾ ਹਾਂ। ਬਾਹਰ ਦੁਨੀਆ ਦੇ ਨਾਲ ਵਰਤੋਂ ਵਿਹਾਰ ਕਰਨ ਵੇਲੇ ਵੀ ਉਸ ਪਰਮਾਤਮਾ ਨੂੰ ਆਪਣੇ ਚਿੱਤ ਦੇ ਵਿੱਚ ਰੱਖਦਾ ਹਾਂ। ਜਦ ਮੈਂ ਜਾਗਦਾ ਹਾਂ ਤਦੋਂ ਵੀ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹਾਂ, ਤੇ ਸੁੱਤਿਆਂ ਹੋਇਆਂ ਵੀ ਮੇਰੇ ਚਿੱਤ ਚੇਤੇ ਦੇ ਵਿੱਚ ਉਹ ਪਰਮਾਤਮਾ ਰਹਿੰਦਾ ਹੈ। ਅੰਤਰ ਗਾਵੋ ਬਾਹਰ ਗਾਵੋ, ਗਾਵੋ ਜਾਗ ਸਵਾਰੀ। ਸੰਗ ਚੱਲਣ ਕਉ ਤੋਸਾ ਦੀਨਾ, ਗੋਬਿੰਦ ਨਾਮ ਕੇ ਵਿਵਹਾਰੀ। ਵਿਵਹਾਰੀ ਤੋਂ ਭਾਵ ਵਣਜਾਰੇ, ਤੋਸਾ ਤੋਂ ਭਾਵ ਰਾਹ ਦਾ ਖਰਚਾ। ਪਰਮਾਤਮਾ ਦੇ ਨਾਮ ਦੇ ਜੋ ਵਣਜਾਰੇ ਸਤਸੰਗੀ ਹਨ, ਮੇਰਾ ਸਾਥ ਕਰਨ ਵਾਸਤੇ, ਉਹਨਾਂ ਨੇ ਪਰਮਾਤਮਾ ਦਾ ਨਾਮ ਰਾਹ ਦੇ ਖਰਚੇ ਦੇ ਰੂਪ ਵਿੱਚ ਮੈਨੂੰ ਦਿੱਤਾ ਹੈ। ਅਵਰ ਵਿਸਾਰੀ ਵਿਸਾਰੀ, ਨਾਮ ਦਾਨ ਗੁਰ ਪੂਰਾ ਦਿਓ, ਮੈਂ ਇਹੋ ਆਧਾਰੀ ਰਹਾਓ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਹੋਰ ਓਟ, ਗੁਰੂ ਸਾਹਿਬ ਕਹਿੰਦੇ, ਮੈਂ ਉੱਕਾ ਹੀ ਭੁਲਾ ਦਿੱਤੀ ਹੈ। ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤ ਬਖਸ਼ੀ ਹੈ, ਤੇ ਮੈਂ ਉਸੇ ਦਾਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ। ਦੁੱਖਨ ਗਾਵੋ ਸੁਖ ਭੀ ਗਾਵੋ, ਮਾਰਗ ਪੰਥ ਸਮਾਰੀ, ਨਾਮ ਦ੍ਰਿੜ ਗੁਰ ਮਨ ਮਹਿ ਦੀਆ, ਮੋਰੀ ਤਿਸਾ ਬੁਝਾਰੀ। ਗੁਰੂ ਨੇ ਮੇਰੇ ਮਨ ਵਿੱਚ ਪ੍ਰਭੂ ਨਾਮ ਦ੍ਰਿੜ ਕਰ ਦਿੱਤਾ ਹੈ, ਤੇ ਉਸ ਨਾਮ ਨੇ ਮੇਰੀ ਮਾਇਆ ਦੀ ਤ੍ਰਿਸ਼ਨਾ ਬੁਝਾ ਦਿੱਤੀ ਹੈ। ਹੁਣ ਮੈਂ ਜੇ ਦੁੱਖਾਂ ਦੇ ਵਿੱਚ ਵੀ ਹੋਵਾਂ, ਦੁੱਖ ਦੀ ਘੜੀ ਵਿੱਚੋਂ ਵੀ ਗੁਜ਼ਰ ਰਿਹਾ ਹੋਵਾਂ, ਤਾਂ ਵੀ ਉਸ ਪਰਮਾਤਮਾ ਦੇ ਗੁਣ ਗਾਉਂਦਾ ਹਾਂ। ਸੁੱਖ ਦੇ ਵਿੱਚ ਹੋਵਾਂ ਤਦ ਵੀ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹਾਂ। ਰਸਤੇ ਦੇ ਉੱਪਰ ਚੱਲਦਾ ਹੋਇਆ ਵੀ ਉਸ ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦਾ ਹਾਂ। ਦਿਨ ਵੀ ਗਾਵੋ ਰੈਣੀ ਗਾਵੋ, ਗਾਵੋ ਸਾਸ ਸਾਸ ਰਸਨਾਰੀ। ਕਹਿੰਦੇ ਮੈਂ ਦਿਨ ਵੇਲੇ ਵੀ ਰਾਤ ਨੂੰ ਵੀ ਹਰੇਕ ਸਾਹ ਦੇ ਨਾਲ ਆਪਣੀ ਜੀਵ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹਾਂ। ਸਤ ਸੰਗਤ ਮਹਿ ਵਿਸਾਸ ਹੋਏ, ਹਰ ਜੀਵਤ ਮਰਤ ਸੰਗਾਰੀ। ਸਾਧ ਸੰਗਤ ਦੇ ਵਿੱਚ ਟਿਕੀਆਂ ਇਹ ਨਿਸ਼ਚਾ ਬਣ ਜਾਂਦਾ, ਵਿਸ਼ਵਾਸ ਬਣ ਜਾਂਦਾ ਕਿ ਪਰਮਾਤਮਾ ਜਿਉਂਦਿਆਂ ਮਰਦਿਆਂ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ। ਜਨ ਨਾਨਕ ਕਉ ਇਹੋ ਦਾਨ ਦੇਹੋ, ਪ੍ਰਭ ਪਾਵੋ ਸੰਤ ਰੇਨ ਉਰ ਧਾਰੀ। ਇਹ ਪਰਮਾਤਮਾ ਤੇਰੇ ਦਾਸ ਨਾਨਕ ਨੂੰ ਇਹ ਦਾਨ ਦੇ, ਇਹ ਦਾਤ ਬਖਸ਼ ਦੇ ਕਿ ਉਹ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਸਕੇ। ਸ਼ਰਵਨੀ ਕਥਾ ਨੈਣ ਦਰਸ਼ ਪੇਖੋ, ਮਸਤਕ ਗੁਰ ਚਰਨਾਰੀ। ਇਹ ਦਾਤ ਬਖਸ਼ ਦੇ ਕਿ ਮੈਂ ਤੇਰੀ ਸਿਫਤ ਸਲਾਹ ਆਪਣੇ ਕੰਨਾਂ ਦੇ ਨਾਲ ਸੁਣਦਾ ਰਹਾਂ, ਤੇਰਾ ਦਰਸ਼ਨ ਆਪਣੀਆਂ ਅੱਖਾਂ ਦੇ ਨਾਲ ਕਰਦਾ ਰਹਾਂ, ਤੇ ਆਪਣਾ ਮੱਥਾ ਸਦਾ ਹੀ ਗੁਰੂ ਦੇ ਚਰਨਾਂ 'ਤੇ ਟਿਕਾਈ ਰੱਖਾਂ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 401ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚੋਂ ਅਸੀਂ ਇਹ ਗੱਲ ਆਪਣੇ ਹਿਰਦਿਆਂ ਦੇ ਵਿੱਚ ਪੱਕੀ ਕਰ ਲਈਏ ਕਿ ਸ਼ਗਨ ਅਪਸ਼ਗਨ ਕੁਝ ਨਹੀਂ ਹੁੰਦਾ। ਅਸੀਂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ, ਇਹ ਸ਼ਗਨ ਅਪਸ਼ਗਨ ਜੋ ਹੈ ਆਪਣੇ ਆਪ ਹੀ ਸਾਡੇ ਹਿਰਦਿਆਂ ਦੇ ਵਿੱਚੋਂ ਨਿਕਲ ਜਾਏਗਾ, ਸਾਡੇ ਮਨਾਂ ਦੇ ਵਿੱਚੋਂ ਮਿਟ ਜਾਏਗਾ। ਇਹਦੇ ਨਾਲ ਹੀ ਸਾਡੇ ਸਾਰੇ ਭਰਮ ਭੈ ਦੁੱਖ ਦੂਰ ਹੋ ਜਾਣਗੇ, ਘਣਾ ਆਨੰਦ ਸੁੱਖ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਏਗਾ। ਜਿਸ ਪ੍ਰਕਾਰ ਗੁਰੂ ਸਾਹਿਬ ਨੇ ਆਪਣੀ ਹਾਲਤ ਦੱਸੀ ਕਿ ਕਿਵੇਂ
ਉਹ ਜਾਗਦੇ ਹੋਏ ਵੀ, ਸੌਂਦੇ ਹੋਏ ਵੀ, ਦੁੱਖਾਂ ਵਿੱਚ ਵੀ, ਸੁੱਖਾਂ ਵਿੱਚ ਵੀ, ਚੱਲਦੇ ਹੋਏ ਵੀ, ਬੈਠੇ ਹੋਏ ਵੀ। ਭਾਵ ਕਿ ਹਰ ਸਵਾਸ ਦੇ ਨਾਲ ਹਰ ਵਕਤ ਪਰਮਾਤਮਾ ਦਾ ਨਾਮ ਜਪਦੇ ਨੇ, ਪਰਮਾਤਮਾ ਦੀ ਯਾਦ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਨੇ। ਅਸੀਂ ਵੀ ਕੋਸ਼ਿਸ਼ ਕਰੀਏ ਹਰ ਸਾਹ ਦੇ ਨਾਲ ਪਰਮਾਤਮਾ ਸਾਡੇ ਚੇਤਿਆਂ ਦੇ ਵਿੱਚ ਹੋਵੇ। ਜੇ ਅਜਿਹਾ ਹੋਏਗਾ ਤਾਂ ਕੋਈ ਦੂਜਾ ਸਾਡੇ ਮਨ ਵਿੱਚ ਵਸੇਗਾ ਹੀ ਨਹੀਂ। ਕੋਈ ਅਪਸ਼ਗਨ, ਕੋਈ ਸ਼ਗਨ, ਇਹ ਖਿਆਲ ਸਾਡੇ ਮਨ ਵਿੱਚ ਆਉਣਗੇ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।